ਓਕੇ ਗਾਈਸ, ਸੋ ਆਪਣਾ ਹੁਣ ਇਹ ਆਪਣੀ ਕਹਿੰਦੇ ਨੇ ਇਹਦੇ ਨਾਲ ਨਾ ਆਪਣੇ 3 ਕੇਸਿਸ ਹੋ ਗਏ ਹੋਏ ਨੇ, ਕੰਪੇਅਰਿੰਗ ਵਾਲਾ ਔਰ ਇੰਡੀਵਿਜੂਅਲ ਦੇ ਵਿੱਚ ਬਿਲੋ ਕੇਸਿਸ ਦਾ, ਇੰਡੀਵਿਜੂਅਲ ਦੇ ਵਿੱਚ ਅਬਵ ਕੇਸਿਸ ਦਾ। ਹੁਣ ਆਪਾਂ 4th ਕੇਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਣਾ ਕੇਸ ਹੈ ਟੂ ਫਾਈਂਡ ਦਾ ਪਰਸੈਂਟੇਜ ਆਫ ਕੇਸ ਲਾਈਂਗ ਬਿਟਵੀਨ ਦੀ 2 ਗਿਵਨ ਸਕੋਰਸ ਪੁਆਇੰਟ। ਤੁਹਾਨੂੰ ਕਦੇ ਕਦੇ ਇੱਦਾਂ ਵੀ ਆ ਸਕਦਾ ਹੈ, ਪੁੱਛਿਆ ਜਾ ਸਕਦਾ ਹੈ ਕਿ 2 ਸਕੋਰਸ ਦਾ ਮਤਲਬ ਇੱਧਰੋਂ ਦੀ ਸਕੋਰਸ ਅਤੇ ਇੱਧਰੋਂ ਸਕੋਰਸ ਦਾ ਆਪਸ ਦੇ ਵਿੱਚ ਕਿੰਨੇ ਇੰਡੀਵਿਜੂਅਲ ਲਾਈ ਕਰਦੇ ਆ। ਇੱਦਾਂ ਵੀ ਆ ਸਕਦਾ, ਪੋਸੀਬਿਲਿਟੀ ਹੈਗੀ ਹੈ। ਜ਼ਰੂਰੀ ਥੋੜ੍ਹਾ ਨਾ ਕਿ ਮਤਲਬ ਬਿਲੋ ਜਾਂ ਅਬਵ ਜਾਂ ਕੰਪੇਅਰ ਹੀ ਪੁੱਛਣ। ਇਹ ਵੀ ਪੁੱਛ ਸਕਦੇ ਨੇ ਕਿ ਜੀ ਇੰਨੇ ਤੋਂ ਇੰਨੇ ਸਕੋਰਸ ਜਿਹੜੇ ਹੈਗੇ ਆ, ਇੰਨੇ ਤੋਂ ਇੰਨਾ -1 ਤੋਂ ਲੈ ਕੇ +1, ਹੈ ਨਾ, ਕਿੰਨੇ ਪਰਸੈਂਟੇਜ ਸਕੋਰਸ ਜਾਂ ਕਿੰਨੇ ਪਰਸੈਂਟੇਜ ਇੰਡੀਵਿਜੂਅਲਸ ਇੱਥੇ ਲਾਈ ਕਰਦੇ ਨੇ। ਸੋ ਇਹਦੀ ਵੀ ਪੋਸੀਬਿਲਿਟੀ ਹੈ, ਇਹਨੂੰ ਵੀ ਮੰਨ ਕੇ ਚੱਲਦੇ ਹਾਂ। ਸੋ ਆਪਣੇ ਕੋਲ ਸੈਂਪਲ ਹੈ 1500, ਮੀਨ ਹੈ ਆਪਣੇ ਕੋਲ 14.5 ਐਂਡ SD ਆਪਣੇ ਕੋਲ 2.5। Assuming normality of the distribution, how many individual score between the row score 12 and 19.5? 2 ਸਕੋਰਸ ਦੀ ਗੱਲ ਕੀਤੀ ਗਈ ਹੈ। ਸੋ ਪਹਿਲੇ ਆਪਾਂ 12 ਦੇ ਅਕੋਰਡਿੰਗ ਕੱਢਾਂਗੇ, ਫਿਰ ਆਪਾਂ 19.5 ਦੇ ਅਕੋਰਡਿੰਗ ਕੱਢਾਂਗੇ। ਦੈਨ 12 ਦੇ ਅਕੋਰਡਿੰਗ ਅਗਰ ਇਹਦਾ Z ਸਕੋਰ ਨਿਕਾਲੀਏ ਤਾਂ ਉਹ ਆਪਣਾ ਹੈ -1, ਬਿਕਾਜ਼ 12 ਕੀ ਇੱਥੇ ਆਪਣਾ ਰੋ ਸਕੋਰ, 19.5 ਕੀ ਆਪਣਾ ਰੋ ਸਕੋਰ। ਸੋ ਰੋ ਸਕੋਰ ਅਲੱਗ ਹੋ ਗਏ ਇੱਥੇ। ਸੈਂਪਲ ਹੈ 1500, ਰੋ ਸਕੋਰ 2 ਹੋ ਗਏ, ਦੋਨਾਂ ਦੇ ਅਕੋਰਡਿੰਗ ਦੇਖਿਆ ਤਾਂ ਇੱਕ ਆਇਆ -1, ਇੱਕ ਆਇਆ +2। ਸੋ ਹੁਣ ਕੀ ਕਰਨਾ ਅਸੀਂ ਹੁਣ ਆਪਾਂ NPC ਦੇ ਥਰੂ ਦੇ ਇੱਥੋਂ ਸਮਝਦੇ ਹਾਂ। ਸੋ ਆਪਾਂ ਨੂੰ ਪਤਾ ਹੈ ਦਿਸ ਇਜ਼ ਦੀ ਐਵਰੇਜ 0 +1 +2 +3 -1 -2 ਐਂਡ -3। ਸੋ ਆਪਣੇ ਕੋਲ ਕੀ ਆਇਆ ਸੀ -1 ਔਰ +2। ਠੀਕ ਹੈ, -1 ਇਹਨੂੰ ਆਪਾਂ ਮਾਰਕ ਕਰ ਦਿੰਦੇ ਹਾਂ, -1 ਔਰ +2 ਇਹਨੂੰ ਮਾਰਕ ਕਰ ਦਿੰਦੇ ਹਾਂ। ਸੋ ਆਪਾਂ ਇਹ ਜਿੰਨਾ ਵੀ ਏਰੀਆ ਹੈ, ਆਪਾਂ ਇਹਦਾ ਕੀ ਦੱਸਣਾ ਹੈ, ਇਸ ਏਰੀਏ ਦੇ ਅੰਦਰ ਕਿੰਨੇ ਪੋਪੂਲੇਸ਼ਨ ਪਰਸੈਂਟੇਜ ਇੰਡੀਵਿਜੂਅਲ ਲਾਈਕ ਕਰਦੇ ਨੇ। ਸੋ ਹੁਣ ਆਪਾਂ ਨੂੰ ਇੰਨਾ ਪਤਾ ਹੈ, ਇਹ ਆਪਸ 'ਚ ਟੋਟਲ 100% ਹੈ। ਠੀਕ ਹੈ, ਅਤੇ ਹੁਣ ਇਹ ਵਾਲਾ ਇਹ 34.13% ਹੈ। ਸੋ ਇੱਥੇ ਤੱਕ ਵੀ ਆਪਣਾ 34.13% ਹੈ, ਔਰ ਇਹ ਵਾਲਾ ਆਪਣਾ 13.59% ਹੈ। ਸੋ ਇੱਥੇ ਇਹਨਾਂ ਨੂੰ ਪਲੱਸ ਕਰ ਲਓ, 34.13 + 34.13 + 34.59 ਆਪਣੇ ਕੋਲ ਆ ਗਿਆ 81.87%। ਸੋ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਅਗਰ ਅਸੀਂ 100 ਦੇ ਵਿੱਚ ਦੇਖੀਏ ਤਾਂ 81.87% ਕੇਸਿਸ ਲਾਈ ਬਿਟਵੀਨ -1 to +2। ਜਾਂ ਆਪਣੇ ਕੋਲ ਮੀਨ ਕਿੰਨਾ ਹੈ, ਆਪਣੇ ਕੋਲ ਮੀਨ ਹੈਗਾ 14.5, ਆਪਾਂ ਲਿਖਤਾ ਇੱਥੇ 14.5, ਔਰ ਆਪਣੇ ਕੋਲ SD ਕਿੰਨਾ ਹੈ 2.5, ਅਤੇ ਆਪਾਂ ਇਹਦੇ 'ਚ ਪਲੱਸ ਕਰੀਏ ਤਾਂ ਇਹ ਆ ਗਿਆ 17, 19.5, 22, 12, 9.5 ਐਂਡ 7। ਸੋ ਇਹਨਾਂ ਨੇ ਕੀ ਪੁੱਛਿਆ ਸੀ, 12 ਔਰ 19.5 ਦੇ ਵਿੱਚ ਮਤਲਬ ਕਿ 12 ਔਰ 19.5 ਦੇ ਵਿੱਚ। ਸੋ ਯੂ ਕੈਨ ਸੇ ਦੈਟ ਔਰ ਯੂ ਕੈਨ ਰਾਈਟ ਦੈਟ ਆਊਟ ਆਫ 100 81.87% ਪੋਪੂਲੇਸ਼ਨ ਲਾਈ ਬਿਟਵੀਨ ਦੀ 12 ਐਂਡ 19.5 ਸਕੋਰਸ ਪੁਆਇੰਟ। ਬਟ ਆਪਣੇ ਕੋਲ ਤਾਂ ਸੈਂਪਲ 1500 ਹੈ ਨਾ, ਅਤੇ ਆਪਾਂ ਕੀ ਕਰਾਂਗੇ 1500 ਦੇ ਅਕੋਰਡਿੰਗ ਦੇਖੀਏ ਤਾਂ 81.87 × 1500 ਡਿਵਾਈਡਡ ਬਾਏ 100 ਕਰਕੇ ਆਪਣੇ ਕੋਲ ਕਿੰਨਾ ਆਏਗਾ 1228.05। ਸੋ ਤੁਸੀਂ ਕੀ ਲਿਖੋਗੇ ਕਿ 1228 ਇੰਡੀਵਿਜੂਅਲਸ out of 1500 lie between the 12 and 19.5 scores point। I hope guys ਤੁਹਾਡੇ ਲਈ ਔਰ ਈਜ਼ੀ ਹੋਏਗਾ ਇਹ। ਠੀਕ ਹੈ, ਸੋ ਆਪਣਾ ਇਹਦੇ ਨਾਲ 5th ਕੇਸ ਆਉਂਦਾ ਹੈ, ਜਿਹਦੇ ਵਿੱਚ ਤੁਹਾਨੂੰ ਟੂ ਡਿਟਰਮਿਨ ਦ ਲਿਮਿਟਸ ਆਫ ਦਿਸ ਕੋਰਸ ਬਿਟਵੀਨ ਵਿਚ ਅ ਸਰਟਨ ਪਰਸੈਂਟੇਜ ਆਫ ਕੇਸ ਲਾਈ। ਤੁਹਾਨੂੰ ਪਰਸੈਂਟੇਜ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਕਿੰਨੀ ਪਰਸੈਂਟੇਜ ਇਹਦੇ 'ਚ ਲਾਈ ਕਰਦੀ ਹੈ। ਸੋ ਆਪਣੇ ਕੋਲ ਮੀਨ ਹੈਗਾ 90, ਆਪਣੇ ਕੋਲ ਸਟੈਂਡਰਡ ਡੇਵੀਏਸ਼ਨ ਹੈਗੀ ਹੈ 20। ਠੀਕ ਹੈ, ਐਂਡ ਫਾਈਂਡ ਆਊਟ, ਇਹਦੇ 'ਚ ਆਪਾਂ ਨੂੰ ਕੀ ਨਹੀਂ ਦਿੱਤਾ, ਰੋ ਸਕੋਰਸ ਨਹੀਂ ਦਿੱਤੇ ਹੋਏ। ਇਹਦੇ 'ਚ ਇਹਨਾਂ ਨੇ ਸਾਨੂੰ ਡਾਇਰੈਕਟ ਪੁੱਛਿਆ ਫਾਈਂਡ ਆਊਟ ਦੀ 2 ਪੁਆਇੰਟਸ ਬਿਟਵੀਨ ਦੀ ਮਿਡਲ 68.28% ਆਫ ਕੇਸ ਲਾਈ। ਦੱਸੋ ਕਿ ਇਸ ਮਿਡਲ ਦੇ ਵਿੱਚ ਕਿੰਨੇ ਕੇਸ ਲਾਈ ਕਰਦੇ ਆ, ਕਿੰਨੀ ਪਰਸੈਂਟੇਜ ਕੇਸ ਲਾਈ ਕਰਦੇ ਆ।
ਇੱਥੇ ਪਰਸੈਂਟੇਜ ਪੁੱਛੀ ਗਈ, ਥੋੜ੍ਹਾ ਟ੍ਰਿਕੀ ਕਰਤਾ ਕੇਸ 5। ਹੁਣ ਜਿਵੇਂ ਜਿਵੇਂ ਹੁਣ ਕੇਸਿਸ ਵਧਣਗੇ ਤੇ ਇੱਥੇ ਥੋੜ੍ਹਾ ਡਿਫਿਕਲਟੀ ਲੈਵਲ ਵੀ ਵਧੇਗਾ। ਠੀਕ ਹੈ, ਫਿਰ ਆਪਾਂ ਨੇ ਕੀ ਕੀਤਾ, ਆਪਾਂ ਨੋਰਮਲ ਆਪਣੇ ਕੋਲ ਜਿੰਨਾ ਸਾਨੂੰ ਪਤਾ, ਆਪਾਂ ਨੂੰ ਤਾਂ ਹੀ ਪਤਾ ਜੀ, ਸਾਡੀ ਤਾਂ ਮੈਮ ਨੇ ਸਾਨੂੰ ਸਿਖਾਇਆ ਸੀਗਾ ਕਿ ਪਹਿਲੇ ਤਾਂ ਜੀ ਸਕੋਰ ਨਿਕਾਲੋ। ਹੁਣ ਜੀ ਸਕੋਰ ਨਹੀਂ, ਆਪਾਂ ਐਟਲੀਸਟ ਇਹਨੂੰ ਪਲੋਟ ਤਾਂ ਕਰੀਏ। ਤੁਸੀਂ ਯੂ ਜਸਟ ਪਲੋਟ ਦੀ NPC ਫਸਟ। ਆਪਣੇ ਕੋਲ ਮੀਨ ਹੈਗਾ 90, ਦੈਨ SD ਹੈਗਾ ਆਪਣੇ ਕੋਲ 20। ਕੀ ਕਰਾਂਗੇ ਆਪਾਂ, ਇਹਨੂੰ ਪਲੋਟਿੰਗ ਕਰਨੀ ਸਟਾਰਟ ਕਰਾਂਗੇ। 90 + 20 ਆਪਣਾ ਹੀ ਕਰ ਲਿਆ। ਠੀਕ ਹੈ, ਆਪਣੇ ਕੋਲ ਇੰਨਾ ਆ ਗਿਆ। ਗੱਲ ਆਉਂਦੀ ਹੈ, ਇਹਨਾਂ ਨੇ ਸਾਨੂੰ ਕੀ ਕਿਹਾ 68.28 ਐਂਡ ਵੀ ਆਲ ਨੋ ਕਿ ਇਹ ਜਿਹੜੇ ਮਤਲਬ ਇੰਨਾ ਕੁ ਏਰੀਆ ਆਪਣਾ 68.26 ਹੈਗਾ। ਠੀਕ ਹੈ, ਆਪਾਂ ਇਸ ਚੀਜ਼ ਨੂੰ ਮਾਰਕ ਕਰ ਲਿਆ। ਗੱਲ ਆਉਂਦੀ ਹੈ, ਹੁਣ ਆਪਾਂ ਕਿੱਦਾਂ ਨਾ ਕਿੱਦਾਂ ਐਕਸ ਲੈ ਕੇ ਆਉਣਾ ਹੈ ਨਾ। ਆਪਣੇ ਕੋਲ ਐਕਸ ਨਹੀਂ ਹੈਗਾ, ਸੋ ਫਸਟ ਥਿੰਗ ਕਿ ਆਪਾਂ ਪਹਿਲੇ ਐਕਸ ਨਿਕਾਲੀਏ। ਸੋ ਆਪਣੇ ਕੋਲ Z ਵੈਲਿਊ ਨਿਕਲ ਕੇ ਆਈ ਹੈ। ਆਪਾਂ Z ਵੈਲਿਊ ਕਿੱਦਾਂ ਨਿਕਾਲੀ, ਆਪਾਂ Z ਵੈਲਿਊ ਨਿਕਾਲ ਲਈ। ਇਹਨਾਂ ਨੇ ਸਾਨੂੰ ਦੱਸਿਆ 68.28। ਆਪਾਂ ਦੇਖ ਲਿਆ ਜੀ, ਇਹ 60 ਆਪਣੇ ਕੋਲ Z ਵੈਲਿਊ ਆ ਗਈ -1 ਤੋਂ ਲੈ ਕੇ +1 ਤੱਕ। ਇਹ ਵੈਲਿਊ ਆ ਗਈ ਆਪਣੇ ਕੋਲ, ਕਿਉਂਕਿ ਇਹਨਾਂ ਨੇ ਸਾਨੂੰ ਪਹਿਲਾਂ ਹੀ ਦਿੱਤਾ ਹੋਇਆ ਸੀ 68.28 ਔਰ 68 ਆਪਾਂ ਨੂੰ ਪਤਾ ਹੈ ਕਿ ਜੇ ਇੱਥੇ ਕੋਈ ਹੋਰ ਵੈਲਿਊ ਦਿੱਤੀ ਹੁੰਦੀ ਤਾਂ ਉਹ -2 ਤੋਂ ਜਿੱਥੇ ਤੱਕ ਵੀ ਜਾਂਦੀ ਆਪਾਂ ਇੱਥੇ ਲਿਖ ਦੇਣਾ ਸੀ ਪਲੱਸ ਆਪਾਂ ਇੱਦਾਂ ਲਿਖ ਦੇਣਾ ਸੀ ਕਿ -2 ਤੋਂ ਲੈ ਕੇ +3 ਤੱਕ ਜਾ ਰਹੀ ਹੈ। ਆਪਣੀ ਇਹਨਾਂ ਨੇ ਲਿਖੀ 68.28, ਬਟ ਸਾਨੂੰ ਪਤਾ ਹੀ ਹੈ ਕਿ 34.13 ਟੋਟਲੀ ਸਟੂਡੈਂਟ 68.26 ਹੈ ਵੋਟਐਵਰ ਜਿੰਨਾ ਵੀ ਹੈ ਨਾ। ਤਾਂ ਫਿਰ ਤੁਸੀਂ ਇੱਥੇ ਆਪਣੇ ਕੋਲ Z ਵੈਲਿਊ ਕਿੰਨੀ ਆਈ +-1 ਮਾਈਨਸ ਔਰ +1 ਆਪਣੇ ਕੋਲ Z ਵੈਲਿਊ ਆ ਗਈ। ਆਪਣੇ ਕੋਲ X ਨਹੀਂ ਹੈਗਾ, ਆਪਣੇ ਕੋਲ ਸਟੈਂਡਰਡ ਡਿਵੀਏਸ਼ਨ ਵੀ ਹੈਗਾ, ਆਪਣੇ ਕੋਲ ਮੀਨ ਵੀ ਹੈਗਾ। ਫਿਰ ਆਪਾਂ ਇਹਨੂੰ ਕਨਵਰਟ ਤਾਂ ਕਰ ਸਕਦੇ ਹਾਂ ਨਾ। ਵੀ ਕਨਵਰਟ ਦਿਸ ਫਾਰਮੂਲਾ ਇਨਟੂ ਦੀ X। ਕਨਵਰਟ ਕਰਨ ਦਾ ਮਤਲਬ ਕਿਵੇਂ ਹੁੰਦਾ ਹੈ, X ਨੂੰ ਬਾਹਰ ਕੱਢ ਲੈਣਾ। ਠੀਕ ਹੈ, X ਨੂੰ ਬਾਹਰ ਕੱਢ ਲੈਣਾ, X ਨੂੰ ਬਾਹਰ ਕੱਢ ਲਿਆ। ਠੀਕ ਹੈ, ਫਿਰ ਆਪਾਂ ਕੀ ਕੀਤਾ, ਇਹ ਜਦੋਂ ਇਹਦੇ ਨਾਲ ਕਨਵਰਟ ਹੋਏਗਾ ਇਹ ਮਲਟੀਪਲਾਈ ਹੋ ਜਾਏਗਾ, ਮਤਲਬ ਕਿ Z ਮਲਟੀਪਲਾਈ ਬਾਏ ਸਟੈਂਡਰਡ ਡਿਵੀਏਸ਼ਨ ਔਰ ਇਹ ਵਾਲਾ ਜਿਹੜਾ M+ ਦਾ ਸੀ ਇਹ ਮਾਈਨਸ ਦਾ ਹੋ ਜਾਏਗਾ। ਠੀਕ ਹੈ, ਦੈਨ ਉਸ ਤੋਂ ਬਾਅਦ ਆਉਂਦੀ ਹੈ ਗੱਲ ਆਪਣੀ ਕਿ ਹੁਣ ਆਪਣੇ ਕੋਲ ਵੈਲਿਊਜ਼, ਹੁਣ ਆਪਣੇ ਕੋਲ ਵੈਲਿਊ ਹੈਗੀ ਹੈ Z +1 -1 ਇੰਟੂ ਸਟੈਂਡਰਡ ਡਿਵੀਏਸ਼ਨ 20। ਮੀਨ ਆਪਣੇ ਕੋਲ ਕਿੰਨਾ ਹੈ 90। ਸੋ ਇੱਕ ਵਾਰ ਆਪਾਂ ਇਹਨੂੰ ਪਲੱਸ ਨਾਲ ਕਰਕੇ ਦੇਖਾਂਗੇ, ਇੱਕ ਵਾਰ ਅਸੀਂ ਇਹਨੂੰ ਮਾਈਨਸ ਨਾਲ ਕਰਕੇ ਦੇਖਾਂਗੇ। ਠੀਕ ਹੈ, ਸੋ ਇੱਕ ਵਾਰ ਅਸੀਂ ਕੀ ਕੀਤਾ -20 ਲੈ ਲਿਆ, ਇੱਕ ਵਾਰ ਅਸੀਂ +20 ਲੈ ਲਿਆ ਹੈ ਨਾ। ਅਤੇ ਆਪਣੇ ਕੋਲ ਮਾਈਨਸ ਕਰਕੇ 70 ਆ ਗਿਆ, ਪਲੱਸ ਕਰਕੇ 110 ਆ ਗਿਆ। ਇਹ ਜਿਹੜੀਆਂ ਆਪਣੇ ਕੋਲ ਦੋ ਰਕਮਾਂ ਆਈਆਂ ਨੇ ਨਾ, ਵੀ ਕੈਨ ਸੇ ਦੈਟ 70 ਐਂਡ 110 ਜਿਹੜੇ ਸਕੋਰਸ ਨੇ ਔਨ ਦ ਬੇਸਿਸ ਆਫ ਦੀਸ 2 ਪੁਆਇੰਟਸ 68.28 ਕੇਸ ਲਈ, ਇਹ ਜਿਹੜੇ ਆਪਣੇ ਕੋਲ 2 ਪੁਆਇੰਟਸ ਆਏ ਨਾ, ਇਹ ਆਪਣੇ ਕੋਲ ਕੀ ਆਏ ਨੇ, ਇਹ ਪੁਆਇੰਟ ਨਹੀਂ ਹੈ ਆਪਣੇ ਕੋਲ। ਇਹ ਸਾਨੂੰ ਇਹ ਦੱਸ ਰਿਹਾ ਹੈ ਕਿ ਇਹਨਾਂ 2 ਪੁਆਇੰਟ ਦੇ ਅੰਦਰ ਆਪਣੀ ਇੰਨੀ ਪਰਸੈਂਟੇਜ ਲਾਈ ਕਰਦੀ ਹੈ। ਸੋ ਉਹਨਾਂ ਨੇ ਸਾਨੂੰ ਉਹੀ ਤਾਂ ਪੁੱਛੀ ਸੀ ਕਿ ਤੁਸੀਂ ਹੁਣ ਰੋ ਸਕੋਰ ਖੁਦ ਨਿਕਾਲੋ, ਕਿ ਅਸੀਂ ਤੁਹਾਨੂੰ ਪਰਸੈਂਟੇਜ ਦੇ ਦਿੱਤੀ, ਰੋ ਸਕੋਰਸ ਤੁਸੀਂ ਨਿਕਾਲੋ। ਰੋ ਸਕੋਰ ਅਸੀਂ ਉਹਨਾਂ ਨੂੰ ਕਰਕੇ ਦੇ ਦਿੱਤੇ, ਔਰ ਇਹੀ ਜੇ ਸਾਡੇ ਕੋਲ ਰੋ ਸਕੋਰਸ ਹੁੰਦੇ ਤਾਂ ਆਪਣੀ ਆਨਸਰ ਇੰਨਾ ਆਉਣਾ ਸੀ। ਅਤੇ ਹੁਣ ਇੱਥੇ ਸਾਡੇ ਕੋਲ ਰੋ ਸਕੋਰ ਨਹੀਂ ਸੀਗੇ, ਰੋ ਸਕੋਰ ਅਸੀਂ ਵਿਦ ਦਾ ਹੈਲਪ ਆਫ ਪਰਸੈਂਟੇਜ ਉਹਨੂੰ ਕਨਵਰਟ ਕਰਕੇ ਆਪਣੇ ਅਸੀਂ ਉਹਦਾ ਵੀ ਅਸੀਂ ਜੇ ਦੇਖੀਏ ਤਾਂ ਫਿਰ ਉਹਦਾ ਵੀ 70 ਔਰ 110 ਆਉਂਦਾ, ਔਰ ਵੈਸੇ ਵੀ 70 ਔਰ 110 ਆ ਗਿਆ। Hence proof. So these 2 points 70 110 over cases lie between these 2 points। and ਤੁਸੀਂ ਸਿੰਪਲ ਵੇ ਨਾਲ ਵੀ ਲਿਖ ਸਕਦੇ ਸੀ, ਬਟ ਆਪਾਂ ਉਹਨਾਂ ਨੂੰ ਪ੍ਰੂਫ ਕਰਕੇ ਵੀ ਦਿਖਾ ਦਿੱਤਾ। I hope guys is it clear to everybody ਹੋ ਜਾਣਾ ਚਾਹੀਦਾ। ਔਰ ਜਿੱਥੇ ਵੀ ਪ੍ਰੋਬਲਮ ਹੋਏ ਪਲੀਜ਼ ਆਪਾਂ ਕੱਲ੍ਹ ਜਿਹੜੀ ਆਪਾਂ ਵਿਰਚੁਅਲ ਕਲਾਸ ਲਵਾਂਗੇ ਜਾਂ ਕਾਨਫਰੰਸ ਕਲਾਸ ਲਵਾਂਗੇ। ਆਈ ਹੋਪ ਗਾਈਜ਼ ਤੁਸੀਂ ਮੇਰੇ ਨਾਲ ਡਿਸਕਸ ਜ਼ਰੂਰ ਕਰਿਓ ਕੁਐਸਚਨਸ ਆਪਣੇ। ਓਕੇ, ਐਂਡ ਥੈਂਕ ਯੂ ਸੋ ਮਚ। ਆਪਣੇ 2 ਕੇਸਿਸ ਰਹਿੰਦੇ ਨੇ, ਉਹਦੀ ਵੀਡੀਓ ਮੈਂ ਤੁਹਾਨੂੰ ਫਿਰ ਬਣਾ ਕੇ ਭੇਜ ਦਾਂਗੀ। ਥੈਂਕ ਯੂ ਸੋ ਮਚ।